ਹੈਲੋ एवरीवन। ਮੋਟਾਪਾ ਕਿਵੇਂ ਘਟਾਈਏ, ਇਫੈਕਟਿਵਲੀ ਓਬੈਸਿਟੀ ਕਿਵੇਂ ਰਿਡਿਊਸ ਕਰੀਏ, ਇਹ ਬਹੁਤ ਇੰਪੋਰਟੈਂਟ ਇਸ਼ੂ ਹੈ। ਔਰ ਆਪਣੇ ਹਾਰਮੋਨਸ ਨੂੰ ਅਸੀਂ ਕਿਵੇਂ ਬੈਲੈਂਸ ਕਰੀਏ, ਇਸ ਦਾ ਇੱਕ ਬਹੁਤ ਵਧੀਆ ਹੱਲ ਹੈ। ਇੱਕ ਬਹੁਤ ਇੰਪੋਰਟੈਂਟ ਕੀ ਹੈ ਜਿਹੜੀ ਮਿਸਿੰਗ ਹੈ, ਔਰ ਉਹ ਮਿਸਿੰਗ ਕੀ ਹੈ, ਸੂਰਜ ਦੀ ਰੋਸ਼ਨੀ। ਅਸੀਂ ਕੀ ਗਲਤੀ ਕਰ ਰਹੇ ਹਾਂ ਕਿ ਅਸੀਂ ਆਪਣੇ ਆਪ ਨੂੰ ਕਮਰਿਆਂ 'ਚ, ਆਫਿਸਿਸ 'ਚ ਬੰਦ ਕਰ ਲਿਆ ਔਰ ਅਸੀਂ ਆਪਣੀ ਸਕਿਨ ਦੇ ਉੱਤੇ ਨੈਚੁਰਲ ਜੋ ਸਨਲਾਈਟ ਹੈ ਉਹ ਨਹੀਂ ਪਵਾ ਰਹੇ। ਜਦੋਂ ਸਾਡੀ ਸਕਿਨ ਦੇ ਉੱਤੇ ਸਨਲਾਈਟ ਨਹੀਂ ਪਏਗੀ ਔਰ ਓਵਰ ਏ ਪੀਰੀਅਡ ਆਫ ਟਾਈਮ ਸਾਡੇ ਅੰਦਰ ਵਿਟਾਮਿਨ ਡੀ ਦੀ ਮਾਤਰਾ ਘਟੇਗੀ। ਜਦੋਂ ਵਿਟਾਮਿਨ ਡੀ ਦੀ ਮਾਤਰਾ ਘਟ ਜਾਂਦੀ ਹੈ ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ ਕਿ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਹਾਰਮੋਨਲ ਇਸ਼ੂਜ਼, ਵੱਖ-ਵੱਖ ਤਰ੍ਹਾਂ ਦੀ ਆਟੋਇਮਿਊਨ ਡਿਜ਼ੀਜ਼, ਐਲਰਜਿਕ ਰਿਐਕਸ਼ਨਸ, ਬੈਡ ਇਮਿਊਨ ਰਿਸਪੌਂਸ ਔਰ ਡਾਇਬਟੀਜ਼ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਦੇ ਉੱਤੇ ਇੱਕ ਬਹੁਤ ਰਿਸਰਚ ਹੋ ਚੁੱਕੀ ਹੈ ਔਰ ਬਹੁਤ ਸਾਰੇ ਪੇਪਰਸ ਪਬਲਿਸ਼ ਹੋ ਚੁੱਕੇ ਹਨ, ਬਹੁਤ ਸਾਰੀਆਂ ਸਟੱਡੀਜ਼ ਹੋ ਚੁੱਕੀਆਂ ਕਿ ਜਿਨ੍ਹਾਂ ਮਰੀਜ਼ਾਂ ਦੇ ਵਿੱਚ ਵਿਟਾਮਿਨ ਡੀ ਦੀ ਮਾਤਰਾ ਘੱਟ ਹੁੰਦੀ ਹੈ, ਉਹਨਾਂ ਮਰੀਜ਼ਾਂ ਦੇ ਵਿੱਚ ਟਾਈਪ 2 ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ, ਬਲੱਡ ਪ੍ਰੈਸ਼ਰ ਦਾ ਖਤਰਾ ਵੱਧ ਜਾਂਦਾ ਹੈ, ਉਹਨਾਂ ਨੂੰ ਹਾਰਟ ਦੀ ਬਿਮਾਰੀ ਹੋ ਸਕਦੀ ਹੈ, ਆਸਟੀਓਆਰਥਰਾਈਟਿਸ ਜਾਂ ਰੂਮੇਟਾਇਡ ਆਰਥਰਾਈਟਿਸ ਵਰਗੀ ਬਿਮਾਰੀ ਹੋ ਸਕਦੀ ਹੈ, ਐਂਕਲਾਈਜ਼ਿੰਗ ਸਪੌਂਡੀਲਾਈਟਿਸ ਹੋ ਸਕਦਾ ਹੈ, ਮੈਕੂਲਰ ਡੀਜਨਰੇਸ਼ਨ ਹੋ ਸਕਦੀ ਹੈ। ਇੱਥੋਂ ਤੱਕ ਕਿ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਨੂੰ ਪੈਲਵਿਕ ਰੀਜਨ ਦੇ ਵਿੱਚ ਆਪਰੇਸ਼ਨਸ ਕਰਵਾਏ ਗਏ, ਅਗਰ ਉਹਨਾਂ ਦੇ ਵਿੱਚ ਵਿਟਾਮਿਨ ਡੀ ਘੱਟ ਸੀ ਤਾਂ 30% ਸਕਸੈਸ ਰੇਟ ਜਿਹੜਾ ਉਹ ਡਾਊਨ ਹੋ ਗਿਆ। ਯਾਨੀ ਕਿ ਬਾਡੀ ਦੇ ਵਿੱਚ ਵਿਟਾਮਿਨ ਡੀ ਦਾ ਸਫੀਸ਼ੀਐਂਟ ਮਾਤਰਾ 'ਚ ਹੋਣਾ ਬਹੁਤ ਹੀ ਵੱਡਾ ਉਪਾਅ ਹੈ ਔਰ ਬਹੁਤ ਹੀ ਜ਼ਰੂਰੀ ਤੱਤ ਹੈ ਪੂਰੀ ਬਾਡੀ ਨੂੰ ਸੁਰਜੀਤ ਰੱਖਣ ਲਈ ਔਰ ਉਸ ਨੂੰ ਆਪਣੇ ਫੰਕਸ਼ਨ ਸਹੀ ਤਰੀਕੇ ਨਾਲ ਕਰਾਉਣ ਲਈ। ਮੋਟਾਪੇ ਦੇ ਨਾਲ ਇਹਦਾ ਕਿਵੇਂ ਸੰਬੰਧ ਬਣਦਾ ਹੈ, ਹਾਰਮੋਨਸ ਨਾਲ ਕਿਵੇਂ ਸੰਬੰਧ ਬਣਦਾ ਹੈ? ਮੋਟਾਪਾ ਦੋ ਮੇਨ ਹਾਰਮੋਨਸ ਕਰਕੇ ਹੋ ਰਿਹਾ। ਇੱਕ ਹੈ ਕੋਰਟੀਸੋਲ ਦਾ ਇੰਬੈਲੈਂਸ, ਜੋ ਕਿ ਇੱਕ ਸਟ੍ਰੈਸ ਹਾਰਮੋਨ ਹੈ, ਜੋ ਕਿ ਸਾਡੀ ਕਿਡਨੀ ਦੇ ਉੱਤੇ ਐਡਰੀਨਲ ਗ੍ਰੰਥੀਆਂ ਤੋਂ ਪੈਦਾ ਹੁੰਦਾ ਹੈ, ਉਹ ਸਿਕਰੀਟ ਕਰਦੀਆਂ। ਦੂਸਰਾ ਹੈ ਇਨਸੂਲਿਨ, ਜੋ ਕਿ ਸਾਡੇ ਅੰਦਰ ਗਲੂਕੋਜ਼ ਨੂੰ ਗਲਾਈਕੋਜਨ 'ਚ ਕਨਵਰਟ ਕਰਨ ਦਾ ਕੰਮ ਕਰਦੀ ਹੈ। ਅਸੀਂ ਜੋ ਵੀ ਖਾਂਦੇ ਹਾਂ ਉਹਦੇ 'ਚ ਜਿਹੜਾ ਮਿੱਠਾ ਹੁੰਦਾ ਹੈ, ਚਾਹੇ ਉਹ ਮਿੱਠਾ ਸਾਨੂੰ ਮਹਿਸੂਸ ਹੋ ਰਿਹਾ ਹੈ ਜਾਂ ਜਿਹੜਾ ਮਿੱਠਾ ਉਹਦੇ 'ਚ ਲੁਕਿਆ ਹੋਇਆ ਹੈ, ਉਹ ਮਿੱਠਾ ਗਲੂਕੋਜ਼ ਸਾਡੇ ਬਲੱਡ ਦੇ ਵਿੱਚ ਆਉਂਦਾ ਹੈ, ਪਰ ਉਹ ਸਾਡੇ ਬਲੱਡ ਦੇ ਵਿੱਚ ਇੱਕ ਨਿਸ਼ਚਿਤ ਮਾਤਰਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਜੇ ਉਹ 100-110 ਤੋਂ ਉੱਪਰ ਜਾਂਦਾ ਹੈ ਤਾਂ ਇਹ ਡਾਇਬਟੀਜ਼ ਟਾਈਪ 2 ਦੀ ਇੰਡੀਕੇਸ਼ਨ ਹੈ। ਔਰ ਅਗਰ ਇਹ ਇਸ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਇਹ ਸਾਡੇ ਵਾਈਟਲ ਆਰਗਨਸ ਨੂੰ, ਸਾਡੇ ਦਿਲ ਨੂੰ, ਅੱਖਾਂ ਨੂੰ, ਕਿਡਨੀਜ਼ ਨੂੰ ਬਿਲਕੁਲ ਖਰਾਬ ਕਰ ਸਕਦਾ ਹੈ। ਤਾਂ ਬਾਡੀ ਨੇ ਇੱਕ ਮੈਕੈਨਿਜ਼ਮ ਬਣਾਇਆ ਕਿ ਇੱਕ ਇਨਸੂਲਿਨ ਦਾ ਹਾਰਮੋਨ ਨਾਮ ਦਾ ਹਾਰਮੋਨ ਹੈ ਜਿਹੜਾ ਕਿ ਗਲੂਕੋਜ਼ ਨੂੰ ਗਲਾਈਕੋਜਨ 'ਚ ਕਨਵਰਟ ਕਰਦਾ ਹੈ। ਔਰ ਇਹ ਜਿਹੜਾ ਗਲਾਈਕੋਜਨ ਹੈ ਇਹ ਲੀਵਰ ਦੇ ਵਿੱਚ, ਮਸਲਸ ਦੇ ਵਿੱਚ ਸਟੋਰ ਹੋ ਜਾਂਦਾ ਹੈ। ਜਦੋਂ ਬਾਡੀ ਨੂੰ ਐਨਰਜੀ ਦੀ ਲੋੜ ਹੁੰਦੀ ਹੈ ਤਾਂ ਫਿਰ ਤੋਂ ਦੁਬਾਰਾ ਤੋਂ ਗਲਾਈਕੋਜਨ ਤੋਂ ਗਲੂਕੋਜ਼ ਕਨਵਰਟ ਹੁੰਦਾ ਹੈ, ਪਰ ਗਲੂਕੋਜ਼ ਜ਼ਿਆਦਾ ਮਾਤਰਾ 'ਚ ਬਲੱਡ 'ਚ ਨਹੀਂ ਰਹਿ ਸਕਦਾ ਔਰ ਇਹ ਕੰਮ ਕਰਦਾ ਹੈ ਇਨਸੂਲਿਨ। ਜਦੋਂ ਟਾਈਪ 2 ਡਾਇਬਟੀਜ਼ ਹੁੰਦੀ ਹੈ ਤਾਂ ਉਹਦਾ ਮੂਲ ਕਾਰਨ ਹੁੰਦਾ ਹੈ ਇਨਸੂਲਿਨ ਦਾ ਇਨਐਫੀਸ਼ੀਐਂਟਲੀ ਕੰਮ ਕਰਨਾ ਜਾਂ ਘੱਟ ਕੰਮ ਕਰਨਾ। ਇਸ ਦੇ ਵਿੱਚ ਵਿਟਾਮਿਨ ਡੀ ਦਾ ਬਹੁਤ ਵੱਡਾ ਰੋਲ ਹੈ। ਜੇ ਉਸ ਬੰਦੇ ਦੇ ਅੰਦਰ ਵਿਟਾਮਿਨ ਡੀ ਦੀ ਮਾਤਰਾ ਵੱਧ ਜੇ ਔਰ ਵਿਟਾਮਿਨ ਡੀ ਸਫੀਸ਼ੀਐਂਟਲੀ ਆਪਣਾ ਕੰਮ ਕਰਨ ਲੱਗ ਜੇ ਤਾਂ ਵਿਟਾਮਿਨ ਡੀ ਦੀ ਪ੍ਰੈਜ਼ੈਂਸ 'ਚ ਹੀ ਇਨਸੂਲਿਨ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਸਕਦਾ ਹੈ। ਕੋਰਟੀਸੋਲ ਹਾਰਮੋਨ ਜੇ ਮਾਤਰਾ 'ਚ ਵੱਧ ਜੇ ਤਾਂ ਉਹ ਸਾਡੀ ਬੈਲੀ ਦੇ ਉੱਤੇ ਫੈਟ ਬਣਾ ਦਿੰਦਾ ਹੈ, ਸਾਡੇ ਅੰਦਰ ਕਈ ਤਰ੍ਹਾਂ ਦੀ ਇਨਫਲੇਮੇਸ਼ਨਸ ਪੈਦਾ ਕਰ ਦਿੰਦਾ ਹੈ, ਜੁਆਇੰਟ ਪੇਨਸ ਪੈਦਾ ਕਰ ਦਿੰਦਾ ਹੈ, ਐਂਗਜ਼ਾਇਟੀ, ਡਿਪਰੈਸ਼ਨ ਪੈਦਾ ਕਰ ਦਿੰਦਾ ਹੈ, ਬਲੱਡ ਪ੍ਰੈਸ਼ਰ ਦੀ ਬਿਮਾਰੀ ਲਾ ਦਿੰਦਾ ਹੈ, ਕਿਉਂਕਿ ਕੋਰਟੀਸੋਲ ਇੱਕ ਸਟ੍ਰੈਸ ਹਾਰਮੋਨ ਹੈ। ਮਾਤਰਾ ਤੋਂ ਵਧਿਆ ਹੋਇਆ ਕੋਰਟੀਸੋਲ ਸਾਡੇ ਅੰਦਰ ਸਟ੍ਰੈਸ ਪੈਦਾ ਕਰ ਦਿੰਦਾ ਹੈ, ਸਟ੍ਰੈਸ ਰਿਲੇਟਿਡ ਸਿੰਪਟਮਸ ਪੈਦਾ ਕਰ ਦਿੰਦਾ ਹੈ, ਇਨਫਲੇਮੇਟਰੀ ਰਿਸਪੌਂਸ ਦੇਣ ਲੱਗ ਜਾਂਦੀ ਹੈ ਬਾਡੀ ਨੂੰ। ਇਹ ਲੱਗਦਾ ਕਿ ਇਨਫੈਕਸ਼ਨ ਨੇ ਅਟੈਕ ਕਰਤਾ, ਜਦ ਕਿ ਬਾਹਰੋਂ ਕੋਈ ਵਾਇਰਸ ਨਹੀਂ ਆਇਆ ਹੁੰਦਾ। ਆਪਣੇ ਅੰਦਰ ਹੀ ਐਂਟੀਜਨ ਐਂਟੀਬਾਡੀ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ, ਆਪਣੀ ਐਂਟੀਬਾਡੀਜ਼ ਹੀ ਸਾਡੇ ਖਿਲਾਫ ਕੰਮ ਕਰਨ ਲੱਗ ਜਾਂਦੀ ਹੈ, ਬਾਡੀ ਦੇ ਅੰਦਰ ਇੰਨੀ ਇਨਫਲੇਮੇਸ਼ਨ ਹੋ ਜਾਂਦੀ ਹੈ। ਔਰ ਇਹਦਾ ਇੱਕ ਵੱਡਾ ਕਾਰਨ ਹੈ, ਵਨ ਆਫ ਦਾ ਲੀਡਿੰਗ ਰੀਜ਼ਨਸ ਹੈ ਕੋਰਟੀਸੋਲ। ਔਰ ਕੋਰਟੀਸੋਲ ਇੱਕ ਸਟ੍ਰੈਸ ਹਾਰਮੋਨ ਹੈ, ਇਹਦਾ ਬੈਲੈਂਸ ਵੀ ਵਿਟਾਮਿਨ ਡੀ ਦੇ ਕਰਕੇ ਹੀ ਆ ਸਕਦਾ ਹੈ। ਸੋ ਵਿਟਾਮਿਨ ਡੀ ਦੀ ਇੰਪੋਰਟੈਂਸ ਹੱਦ ਤੋਂ ਜ਼ਿਆਦਾ ਹੈ, ਕਿਉਂਕਿ ਵਿਟਾਮਿਨ ਡੀ ਨਾ ਸਿਰਫ ਇੱਕ ਵਿਟਾਮਿਨ ਹੈ, ਇਹ ਇੱਕ ਹਾਰਮੋਨ ਦੀ ਤਰ੍ਹਾਂ ਬਾਕੀ ਫੰਕਸ਼ਨਸ ਨੂੰ, ਬਾਕੀ ਦੇ ਹਾਰਮੋਨਸ ਨੂੰ ਵੀ ਰੈਗੂਲੇਟ ਕਰਨ ਦਾ ਕੰਮ ਕਰਦਾ ਹੈ। ਤੁਹਾਡੀ ਥਾਇਰਾਇਡ ਦੀ ਗ੍ਰੰਥੀ ਠੀਕ ਕੰਮ ਨਹੀਂ ਕਰ ਰਹੀ ਤਾਂ ਉਸ ਨੂੰ ਵੀ ਇਹ ਠੀਕ ਕੰਮ ਕਰਨਾ ਲਾਏਗਾ। ਜੇ ਤੁਹਾਡੀ ਥਾਇਰਾਇਡ ਦੀ ਗ੍ਰੰਥੀ ਓਵਰ ਐਕਟਿਵ ਹੈ ਜਾਂ ਅੰਡਰ ਐਕਟਿਵ ਹੈ, ਅੰਡਰ ਪਰਫਾਰਮ ਕਰ ਰਹੀ ਹੈ, ਤਾਂ ਉਸ ਨੂੰ ਇਹ ਬੈਲੈਂਸ 'ਚ ਲਿਆਏਗਾ। ਜੇ ਪਿਚੂਟਰੀ ਗਲੈਂਡ 'ਚ ਕੋਈ ਪ੍ਰੋਬਲਮ ਹੈ ਉਸ ਨੂੰ ਬੈਲੈਂਸ 'ਚ ਲਿਆਏਗਾ। ਜੇ ਪੈਰਾਥਾਇਰੋਇਡ ਹਾਰਮੋਨ 'ਚ ਪ੍ਰੋਬਲਮ ਹੈ ਜਾਂ ਕੋਈ ਕੋਰਟੀਸੋਲ ਦੇ ਨਾਲ ਸੰਬੰਧਿਤ ਕੋਈ ਪ੍ਰੋਬਲਮ ਹੈ ਜਾਂ ਇਨਸੂਲਿਨ ਸਹੀ ਕੰਮ ਨਹੀਂ ਕਰ ਰਹੀ, ਸਾਰੇ ਹੀ ਹਾਰਮੋਨਸ ਨੂੰ ਵਿਟਾਮਿਨ ਡੀ ਬੈਲੈਂਸ ਲਿਆਏਗਾ ਔਰ ਫਾਸਫੋਰਸ, ਕੈਲਸ਼ੀਅਮ ਔਰ ਹੋਰ ਜਿਹੜੇ ਮਿਨਰਲਸ ਆ ਉਹਨਾਂ ਦੀ ਐਬਜ਼ੌਰਪਸ਼ਨ 'ਚ ਹੈਲਪ ਕਰੇਗਾ। ਸੋ ਇਹ ਇੰਪੋਰਟੈਂਟ ਹੀ ਨਹੀਂ, ਮੋਸਟ ਇੰਪੋਰਟੈਂਟ ਹੈ ਐਂਡ ਅਨਫੋਰਚੂਨੇਟਲੀ ਮੋਸਟ ਨੈਗਲੈਕਟਿਡ ਵੀ ਇਹੀ ਹੈ। ਆਪਾਂ ਲੋਕ
ਕਿੰਨਾ ਕੁ ਸੂਰਜ ਦੀ ਰੋਸ਼ਨੀ ਦੇ ਉੱਤੇ ਆਪਣੀ ਸਕਿਨ ਨੂੰ ਐਕਸਪੋਜ਼ਰ ਦੇ ਰਹੇ ਹਾਂ। ਐਂਡ ਵੀ ਆਰ ਸਪੈਂਡਿੰਗ ਲੈਕਸ ਆਫ ਰੁਪੀਜ਼ ਔਨ ਆਵਰ ਹੈਲਥ, ਪਰ ਅਸੀਂ ਇੱਕ ਬਹੁਤ ਹੀ ਫ੍ਰੀ ਦੀ ਦਵਾਈ ਜਿਹੜੀ ਹੈ ਉਸ ਤੋਂ ਆਪਾਂ ਆਪਣੇ ਆਪ ਨੂੰ ਵੰਚਿਤ ਰੱਖਿਆ ਹੋਇਆ ਹੈ ਬਿਨਾਂ ਕਾਰਨ ਦੇ। ਤੁਹਾਨੂੰ ਹੈਰਾਨੀ ਹੋਏਗੀ ਕਿ ਐਂਸ਼ੀਅੰਟ ਜਿਹੜੇ ਸਕ੍ਰਿਪਚਰਸ ਹੈ ਔਰ ਜਿਹੜੇ ਆਯੁਰਵੇਦ ਦੇ ਗ੍ਰੰਥ ਹੈ ਉਹਨਾਂ 'ਚ ਸੂਰਜ ਨੂੰ ਧਨਵੰਤਰੀ ਕਿਹਾ ਗਿਆ ਹੈ, ਲਾਰਡ ਆਫ ਮੈਡੀਸਨ, ਲਾਰਡ ਆਫ ਹੈਲਥ। ਸੋ ਇਟਸ ਅ ਗ੍ਰੇਟ ਸੋਰਸ ਆਫ ਗੁੱਡ ਹੈਲਥ। ਔਰ ਇਹ ਹਰ ਇੱਕ ਐਂਗਲ ਤੋਂ, ਚਾਹੇ ਉਹ ਸਾਈਕੈਟ੍ਰਿਕ ਪ੍ਰੋਬਲਮ ਹੈ, ਚਾਹੇ ਉਹ ਫਿਜ਼ੀਓਲੋਜੀਕਲ ਪ੍ਰੋਬਲਮ ਹੈ, ਚਾਹੇ ਐਂਗਜ਼ਾਈਟੀ ਡਿਪਰੈਸ਼ਨ ਦਾ ਕੋਈ ਰੋਗੀ ਹੈ, ਅਗਰ ਉਹ ਆਪਣੇ ਆਪ ਨੂੰ ਸਨ ਐਕਸਪੋਜ਼ਰ ਦੇ ਰਿਹਾ ਹੈ ਤਾਂ ਉਹ ਆਪਣਾ ਖੁਦ ਇਲਾਜ ਕਰ ਰਿਹਾ ਹੈ, ਇੱਕ ਤਰ੍ਹਾਂ ਤੋਂ ਆਪਣੇ ਆਪ ਨੂੰ ਐਂਗਜ਼ਾਈਟੀ ਔਰ ਡਿਪਰੈਸ਼ਨ ਦੀ ਬਿਮਾਰੀ 'ਚੋਂ ਬਾਹਰ ਕੱਢ ਰਿਹਾ ਹੈ। ਔਰ ਇਸ ਦੇ ਉੱਤੇ ਪੂਰੀ ਸਟੱਡੀਜ਼ ਹੋਈਆਂ ਨੇ। ਬਸ ਪ੍ਰੋਬਲਮ ਇਹ ਹੈ ਕਿ ਇਹਦਾ ਪ੍ਰਚਾਰ ਪ੍ਰਸਾਰ ਨਹੀਂ ਹੈ। ਆਪਾਂ ਜੇ ਹੁਣ PCOD ਦੀ ਕੋਈ ਪ੍ਰੋਬਲਮ ਹੈ ਜਾਂ ਕੋਈ ਹਾਰਮੋਨਸ ਦੀ ਪ੍ਰੋਬਲਮ ਹੈ ਜਾਂ ਕੋਈ ਵੀ ਇਸ਼ੂ ਹੈ ਬਾਡੀ ਦਾ, ਤਾਂ ਚਾਹੇ ਆਟੋਇਮਿਊਨ ਡਿਜ਼ੀਜ਼ ਹੈ ਜਾਂ ਇੰਟੈਸਟਾਈਨ ਦੀ ਕੋਈ ਸਵੈਲਿੰਗ ਹੈ ਜਾਂ ਆਪਣੇ ਪੇਟ ਦੇ ਵਿੱਚ ਫੁਲਾਵਟ ਬਹੁਤ ਰਹਿ ਰਹੀ ਹੈ, ਠੀਕ ਹੈ, ਸਾਨੂੰ ਬੈਲੀ ਫੈਟ ਦੇ ਨਾਲ ਨਾਲ ਫਲੈਚੂਲੈਂਸ ਜਾਂ ਬਲੋਟਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਗੈਸਟਰਾਈਟਿਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਵੀ ਨੀਡ 15 ਮਿੰਟਸ ਆਫ ਸਨ ਐਕਸਪੋਜ਼ਰ। 15 ਮਿੰਟ ਆਪਣੀ ਪਿੱਠ ਨੂੰ, ਆਪਣੀ ਲੱਤਾਂ ਨੂੰ, ਜਿਹੜੇ ਵੀ ਆਰਗਨਸ ਨੂੰ ਤੁਸੀਂ ਆਸਾਨੀ ਨਾਲ ਸਕਿਨ ਐਕਸਪੋਜ਼ਰ ਦੇ ਸਕਦੇ ਹੋ ਉਹ ਤੁਸੀਂ ਦੇਣਾ ਹੈ। ਔਰ ਕੋਸ਼ਿਸ਼ ਕਰਨੀ ਕਿ ਤਿੱਖੀ ਧੁੱਪ 'ਚ ਨਹੀਂ ਜਾਣਾ। ਇਸ ਦੇ ਵਿੱਚ ਇੱਕੋ ਹੀ ਸਾਵਧਾਨੀ ਹੈ ਕਿ ਤਿੱਖੀ ਧੁੱਪ 'ਚ ਨਹੀਂ ਜਾਣਾ। ਜੇ ਤੁਹਾਨੂੰ ਅਗਰ ਕੋਈ ਸਕਿਨ ਦੀ ਅਜਿਹੀ ਬਿਮਾਰੀ ਹੈ ਜਿਸ ਤੁਸੀਂ ਸਨ ਐਕਸਪੋਜ਼ਰ ਲੈ ਹੀ ਨਹੀਂ ਸਕਦੇ, ਉਹ ਤਾਂ ਇੱਕ ਗੱਲ ਬਿਲਕੁਲ ਵੱਖਰੀ ਹੈ। ਅਦਰਵਾਈਜ਼ ਸਨ ਐਕਸਪੋਜ਼ਰ ਹਰ ਇੱਕ ਨੂੰ ਦੇਣਾ ਚਾਹੀਦਾ ਆਪਣੇ ਸਕਿਨ ਨੂੰ, ਔਰ ਇਹ ਤੁਹਾਡਾ ਇੱਕ ਖਜ਼ਾਨਾ ਹੈ ਗੁੱਡ ਹੈਲਥ ਦਾ। ਇਸ ਦੇ ਨਾਲ ਤੁਹਾਡਾ weight loss ਵੀ ਹੋਏਗਾ ਔਰ ਤੁਹਾਡੇ ਸਾਰੇ ਹਾਰਮੋਨਸ ਜਿਹੜੇ ਆ ਉਹ ਬੈਲੈਂਸ 'ਚ ਆਉਣਗੇ। ਜਿਹੜੀ ਗਲੈਂਡਸ ਅੰਡਰ ਐਕਟਿਵ ਹੈ ਉਹ ਆਪਣਾ ਕੰਮ ਅੱਛੀ ਤਰ੍ਹਾਂ ਕਰਨਗੀਆਂ, ਜਿਹੜੀਆਂ ਓਵਰ ਐਕਟਿਵ ਹੈ ਉਹ ਨਾਰਮਲ ਹੁੰਦੀਆਂ ਜਾਣਗੀਆਂ। ਦੂਸਰਾ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਕਾਫੀ ਆਪਾਂ ਨੈਗਲੈਕਟ ਕਰ ਰਹੇ ਹਾਂ, ਉਹ ਹੈ ਸਲੀਪ। ਸਹੀ ਨੀਂਦਰ ਦਾ ਆਉਣਾ ਔਰ ਸਹੀ ਪ੍ਰਿਆਪਤ ਨੀਂਦਰ ਲੈਣਾ। ਸਫੀਸ਼ੀਐਂਟ ਨੀਂਦਰ ਲੈਣੀ ਜ਼ਰੂਰੀ ਹੈ ਔਰ ਉਹ ਨੀਂਦਰ ਹੈ 7 ਤੋਂ 8 ਘੰਟੇ ਦੀ। ਆਪਾਂ ਕੀ ਕਰ ਰਹੇ ਹਾਂ ਕਿ 1 ਵਜ ਰਿਹਾ, 2 ਵਜ ਰਿਹਾ, ਕੋਈ ਲੈਪਟਾਪ 'ਤੇ ਲੱਗਿਆ, ਕੋਈ ਮੋਬਾਈਲ 'ਤੇ ਲੱਗਿਆ। ਜੋ ਅੱਜ ਦਾ ਯੂਥ ਹੈ ਉਹ ਤਾਂ ਇਸ ਮਾਮਲੇ 'ਚ ਬਹੁਤ ਲਾਪਰਵਾਹੀ ਕਰ ਹੀ ਰਿਹਾ ਹੈ। ਅਤੇ ਇਸ ਦੇ ਨਾਲ ਕੀ ਹੋ ਰਿਹਾ, ਕੋਰਟੀਸੋਲ ਦਾ ਜਿਹੜਾ ਲੈਵਲ ਹੈ ਉਹ ਡਿਸਟਰਬ ਹੋ ਰਿਹਾ ਹੈ, ਕਿਉਂਕਿ ਇਸ ਦੇ ਉੱਤੇ ਇੱਕ ਰਿਸਰਚ ਹੋਈ ਹੈ ਕਿ ਸਲੀਪ ਦਾ ਕੋਰਟੀਸੋਲ ਦੇ ਸਾਈਕਲ ਨਾਲ ਵੀ ਸੰਬੰਧ ਹੈ। ਜੇ ਆਪਾਂ ਇੱਧਰੋਂ ਸਲੀਪ ਦਾ ਸਾਈਕਲ ਡਿਸਟਰਬ ਕਰ ਰਹੇ ਹਾਂ, ਉੱਧਰੋਂ ਕੋਰਟੀਸੋਲ ਦਾ ਲੈਵਲ ਵੀ ਖਰਾਬ ਹੋਏਗਾ। ਔਰ ਮੈਂ ਤੁਹਾਨੂੰ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਕੋਰਟੀਸੋਲ ਇੱਕ ਸਟ੍ਰੈਸ ਹਾਰਮੋਨ ਹੈ। ਜੇ ਇਹਦੀ ਮਾਤਰਾ ਵੱਧ ਜਾਏਗੀ ਜਾਂ ਇਹ ਇੰਬੈਲੈਂਸ ਹੋਏਗਾ ਤਾਂ ਸਾਡੇ ਅੰਦਰ ਸੋਜਾਂ ਲਗਾਏਗਾ, ਇਹ ਬੈਲੀ ਫੈਟ ਪੈਦਾ ਕਰੇਗਾ, ਇਹ ਸਾਡੀ ਫੈਟੀ ਇਨਫਿਲਟ੍ਰੇਸ਼ਨ ਆਫ ਲੀਵਰ ਲਈ ਰਿਸਪੌਂਸੀਬਲ ਹੋਏਗਾ, ਇਹ ਵੈਸੋ ਕੰਸਟ੍ਰਿਕਸ਼ਨ ਕਰਕੇ ਸਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਲਗਾ ਸਕਦਾ ਹੈ। ਔਰ ਇਨਸੂਲਿਨ ਐਂਡ ਕੋਰਟੀਸੋਲ ਦੋਨਾਂ ਦਾ ਇੰਬੈਲੈਂਸ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲਗਾਉਂਦਾ ਹੈ। ਸੋ ਇਸ ਸਭ ਤੋਂ ਆਪਾਂ ਬਚ ਸਕਦੇ ਹਾਂ ਜੇ ਆਪਣੀ ਸਲੀਪ ਐਡਿਕੁਏਟ ਹੈ ਔਰ ਦੂਜੇ ਪਾਸੇ ਅਸੀਂ ਸਨ ਐਕਸਪੋਜ਼ਰ ਐਡਿਕੁਏਟ ਕਰ ਰਹੇ ਹਾਂ। ਤਾਂ ਇਸ ਲਈ ਸੌਣਾ, ਸਹੀ ਟਾਈਮ 'ਤੇ ਸੌਣਾ ਬਹੁਤ ਜ਼ਰੂਰੀ ਹੈ। ਸਹੀ ਨਿਯਮ ਇਹ ਹੈ, ਸਾਇੰਟੀਫਿਕਲੀ ਜਿਹੜਾ ਟਾਈਮ ਹੈ ਸੌਣ ਦਾ ਉਹ 10 ਔਰ 11 ਦੇ ਵਿੱਚ ਹੈ। ਜਦੋਂ ਸਾਨੂੰ ਨੀਂਦਰ ਆ ਰਹੀ ਹੁੰਦੀ ਹੈ ਉਸ ਟਾਈਮ ਆਪਣੀ ਨੀਂਦਰ ਮਿਸ ਨਹੀਂ ਕਰਨੀ ਚਾਹੀਦੀ, ਸੌ ਜਾਣਾ ਚਾਹੀਦਾ ਹੈ। ਐਂਗਜ਼ਾਈਟੀ ਡਿਪਰੈਸ਼ਨ ਨਹੀਂ ਹੋਣ ਦੇਣਾ ਚਾਹੀਦਾ। ਅਗਰ ਤੁਹਾਨੂੰ ਐਂਗਜ਼ਾਈਟੀ ਡਿਪਰੈਸ਼ਨ ਕਰਕੇ ਨੀਂਦਰ ਨਹੀਂ ਆ ਰਹੀ ਤਾਂ ਆਪਣੇ ਆਪ ਨੂੰ ਹਲਕਾ ਕਰੋ, ਆਪਣੇ ਮਨ ਦੀਆਂ ਗੱਲਾਂ ਸ਼ੇਅਰ ਕਰ ਲਓ ਕਿਸੇ ਨਾਲ, ਲੋੜ ਪੈਂਦੀ ਤਾਂ ਕਾਉਂਸਲਿੰਗ ਲੈ ਲਓ, ਮੈਡੀਸਨਸ ਲੈ ਲਓ, ਮੈਡੀਟੇਸ਼ਨਸ ਕਰ ਲਓ। ਮੈਡੀਸਨਸ ਤੋਂ ਬਚ ਕੇ ਪਹਿਲਾਂ ਮੈਡੀਟੇਸ਼ਨਸ ਕਰਕੇ ਦੇਖੋ, ਡੀਪ ਬਰੀਦਿੰਗ ਕਰਕੇ ਦੇਖੋ, ਬ੍ਰਾਹਮਰੀ ਪ੍ਰਾਣਾਯਾਮ ਕਰ ਲਓ ਸੌਣ ਤੋਂ ਪਹਿਲਾਂ, ਔਰ ਤੁਹਾਨੂੰ ਜ਼ਰੂਰ ਫਾਇਦਾ ਹੋਏਗਾ ਔਰ ਤੁਹਾਡੀ ਨੀਂਦਰ ਐਡਿਕੁਏਟ ਹੋਏਗੀ, ਗੂੜੀ ਹੋਏਗੀ ਅਤੇ ਉਹਦੇ ਨਾਲ ਤੁਹਾਡਾ ਹਾਰਮੋਨ ਜਿਹੜਾ ਉਹ ਸਹੀ ਬੈਲੈਂਸ 'ਚ ਆਏਗਾ। ਐਂਡ ਵੰਸ ਤੁਹਾਡਾ ਹਾਰਮੋਨ ਸਹੀ ਬੈਲੈਂਸ 'ਚ ਆ ਗਏ, ਤੁਹਾਨੂੰ ਨੀਂਦਰ ਸਹੀ ਤਰੀਕੇ ਨਾਲ ਆਉਣ ਲੱਗ ਗਈ, ਤੁਹਾਡੀ weight loss ਦੀ ਜਰਨੀ ਵੀ ਸਕਸੈਸ ਹੁੰਦੀ ਜਾਏਗੀ। ਸੋ ਇਹ 2 ਪੁਆਇੰਟਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ, ਕਿਉਂਕਿ ਮੈਂ ਇਹੀ 2 ਪੁਆਇੰਟ ਕਿਤੇ ਡਾਈਟ ਦੇ ਉੱਤੇ ਤਾਂ ਆਪਾਂ ਗੱਲ ਕਰ ਸਕਦੇ ਸੀ, ਪਰ ਮੈਨੂੰ ਲੱਗਿਆ ਕਿ ਇਹ 2 ਪੁਆਇੰਟਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਔਰ ਇਸ ਦੀ ਚਰਚਾ ਸਭ ਤੋਂ ਘੱਟ ਹੋ ਰਹੀ ਹੈ। ਸੋ ਅੱਜ ਤੋਂ ਹੀ ਕੋਸ਼ਿਸ਼ ਕਰੋ ਕਿ ਤੁਸੀਂ ਸਨ ਐਕਸਪੋਜ਼ਰ ਰੈਗੂਲਰ ਬੇਸਿਸ 'ਤੇ ਦਿਓ, ਮਿਨੀਮਮ ਹਫਤੇ 'ਚ 3 ਦਿਨ ਜ਼ਰੂਰ ਦੇ ਦਿਓ ਤਾਂ ਕਿ ਤੁਹਾਡੇ ਅੰਦਰ ਐਡਿਕੁਏਟ ਵਿਟਾਮਿਨ ਡੀ ਬਣੇ। ਸੋ ਵਿਸ਼ ਯੂ ਗੁੱਡ ਹੈਲਥ। ਅਗਰ ਵੀਡੀਓ ਯੂਜ਼ਫੁਲ ਲੱਗਿਆ ਤਾਂ ਇਹਨੂੰ ਅੱਗੇ ਸ਼ੇਅਰ ਕਰੋ। ਮੈਂ ਡਾਕਟਰ ਜੈਦੀਪ ਸਿੰਘ, ਆਯੁਰਵੈਦਿਕ ਫਿਜ਼ੀਸ਼ੀਅਨ, SST ਨਗਰ ਪਟਿਆਲਾ ਤੋਂ। ਥੈਂਕ ਯੂ ਵੈਰੀ ਮਚ।